ਜਿਹੜੀਆਂ ਕੰਡਕਟੋਮੈਟਿਕ ਮੇਜਰਮੈਂਟਸ ਜਿਹੜੀਆਂ ਕਿੱਦਾਂ ਆਪਾਂ ਜਿਹੜਾ ਹੈ ਟਾਈਟ੍ਰੇਸ਼ਨਸ ਕਰਨੀਆਂ ਔਰ ਟਾਈਟ੍ਰੇਸ਼ਨਸ ਆਪਾਂ ਜਿਹੜਾ ਹੈ ਤੁਹਾਨੂੰ ਪਤਾ ਸਾਡੀ ਕਲਾਸ ਹੈ BSc Sem 5 ਉਹਦੇ ਪ੍ਰੈਕਟੀਕਲ ਦੇ ਵਿੱਚ ਅਸੀਂ ਗੱਲ ਕਰਨੀ ਹੈ ਕੰਡਕਟੋਮੈਟਿਕ ਟਾਈਟ੍ਰੇਸ਼ਨ ਦੀ। ਤਾਂ ਤੁਸੀਂ ਬਹੁਤ ਸਾਰੀਆਂ ਟਾਈਟ੍ਰੇਸ਼ਨਸ ਕੀਤੀਆਂ ਹੁਣ ਤੱਕ ਵੋਲੂਮੈਟਿਕ ਐਨਾਲਿਸਿਸ ਜਿਹਦੇ ਵਿੱਚ ਕਿ ਤੁਸੀਂ ਟਾਈਟ੍ਰੇਸ਼ਨ ਦੀ ਗੱਲ ਕੀਤੀ ਐਸਿਡ ਬੇਸ ਟਾਈਟ੍ਰੇਸ਼ਨ ਦੀ ਗੱਲ ਕੀਤੀ ਹੋਈ ਹੈ। ਤਾਂ ਉਹਦੇ ਵਿੱਚ ਤੁਸੀਂ ਫੀਨੋਲਫਥੈਲੀਨ ਇੰਡੀਕੇਟਰ ਯੂਜ਼ ਕੀਤਾ ਹੋਇਆ ਯਾਦ ਹੋਵੇ ਤਾਂ ਉਹਦੇ ਵਿੱਚ ਕੀ ਕਰਦੇ ਸੀ ਅਸੀਂ ਪਹਿਲਾਂ ਵੋਲੀਅਮ ਮੇਜਰ ਕਰ ਲੈਂਦੇ ਸੀਗੇ। ਵੋਲੀਅਮ ਮੇਜਰ ਕੀਤਾ ਤਾਂ ਕੁਆਂਟੀਟੇਟਿਵਲੀ ਅਸੀਂ ਕੋਈ ਚੀਜ਼ ਮੇਜਰ ਕਰਦੇ ਤਾਂ ਅਸੀਂ ਉਹ ਜਿਹੜਾ ਹੈ ਵੋਲੀਅਮ ਮੇਜਰ ਕਰਕੇ ਇੱਕ ਤਾਂ ਨੋਨ ਆ ਪਿਪਟ ਆਊਟ ਜਿਹੜਾ ਕੀਤਾ 20 ml ਤਾਂ ਦੂਸਰੇ ਦਾ ਅਸੀਂ ਉਹ ਦੂਸਰਾ ਉਹਨੂੰ ਨਿਊਟਰਲਾਈਜ਼ ਕਰੇਗਾ ਜਿਹੜਾ ਸੋਲਿਊਸ਼ਨ ਆ ਉਹ ਕਿੰਨਾ ਨਿਊਟਰਲਾਈਜ਼ ਕਰੇਗਾ ਉਹ ਅਸੀਂ ਵੋਲੀਮੈਟਿਕਲੀ ਕੱਢ ਲੈਂਦੇ ਹਾਂ। ਉਹ ਵੋਲੀਅਮ ਜਦੋਂ ਆ ਜਾਂਦਾ ਸਾਡੇ ਕੋਲ ਫਿਰ ਸਾਨੂੰ ਇੱਕ ਦੀ ਨੋਰਮੈਲਿਟੀ ਪਤਾ ਆ ਅਸੀਂ ਨੋਰਮੈਲਿਟੀ ਇਕੁਏਸ਼ਨ ਅਪਲਾਈ ਕਰਦੇ ਹਾਂ N1 V1 = V2 ਮਤਲਬ ਸਾਨੂੰ ਤਿੰਨ ਚੀਜ਼ਾਂ ਪਤਾ ਹੋ ਗਈਆਂ ਵੋਲੀਅਮ ਦੋਵਾਂ ਦਾ ਪਤਾ ਹੋ ਗਿਆ ਐਕਸਪੈਰੀਮੈਂਟਲੀ ਵੀ ਤੇ ਇੱਕ ਜਿਹੜਾ ਫਿਕਸ ਅਸੀਂ ਪਿਪਟ ਆਊਟ ਕੀਤਾ ਇੱਕ ਮਿਰਰ 'ਚ ਜਿਹੜਾ ਯੂਜ਼ ਹੋਇਆ ਤਾਂ ਉਹ ਤੀਜਾ ਸਾਨੂੰ ਇੱਕ ਦੀ ਨੋਰਮੈਲਿਟੀ ਸੋਲਿਊਸ਼ਨ ਦੀ ਪਤਾ ਹੋਏਗੀ ਚੌਥੀ ਦੀ ਆਪਾਂ ਕੱਢ ਸਕਦੇ ਹਾਂ ਹੈ ਨਾ ਮਤਲਬ ਚੌਥੀ ਵੈਲਿਊ ਆਪਾਂ ਕੱਢ ਸਕਦੇ ਹਾਂ। ਸੋ ਉਹ ਨੋਰਮੈਲਿਟੀ ਜਦੋਂ ਆ ਗਈ ਉਹਨੂੰ ਇਕੁਅਲੈਂਟ ਰੇਟ ਨਾਲ ਉਸ ਸਬਸਟੈਂਸ ਨੂੰ ਅਸੀਂ ਮਲਟੀਪਲਾਈ ਕਰ ਦਿੰਦੇ ਹਾਂ ਤਾਂ ਸਾਨੂੰ ਪਤਾ ਚੱਲ ਜਾਂਦਾ ਇੱਕ ਸੋਲਿਊਸ਼ਨ ਦੇ ਵਿੱਚ ਪਰ ਲੀਟਰ ਕਿੰਨੇ ਗ੍ਰਾਮ ਕੁਆਂਟਿਟੀ ਜਿਹੜੀ ਹੈ ਉਸ ਸੋਲਿਊਟ ਦੀ ਹੈ। ਕਲੀਅਰ ਹੈ ਮੇਰੇ ਉਹ ਸਾਰਾ ਤੁਹਾਨੂੰ ਕਲੀਅਰ ਹੋ ਜਾਂਦਾ ਹੈ ਉੱਥੇ ਪਰਸੈਂਟੇਜ ਪਿਓਰਿਟੀ ਵੀ ਕੱਢ ਲੈਂਦੇ ਆ। ਫਿਰ ਤੁਸੀਂ ਸੈਕਿੰਡ ਈਅਰ 'ਚ ਗ੍ਰੈਵੀਮੈਟ੍ਰਿਕ ਐਨਾਲਿਸਿਸ ਵੀ ਕੀਤਾ ਗ੍ਰੈਵੀਮੈਟ੍ਰਿਕ ਐਨਾਲਿਸਿਸ ਕੀਤਾ ਜਿੱਦਾਂ ਨਿਕਲ ਔਰ ਕਾਪਰ ਦੀ ਐਸਟੀਮੇਸ਼ਨ ਕੀਤੀ ਹੈ ਤੁਸੀਂ ਲਾਸਟ ਈਅਰ। ਉਹਦੇ ਵਿੱਚ ਕੀ ਹੈ ਕਿ ਵੇਇੰਗ ਕਰਦੇ ਆ ਇੱਕ ਸਪੋਜ਼ ਨਿਕਲ ਸਲਫੇਟ ਦਾ ਸਾਡੇ ਕੋਲ ਸੋਲਿਊਸ਼ਨ ਅਸੀਂ ਲੈਂਦੇ ਹਾਂ ਹੈ ਨਾ ਪਰ ਲੀਟਰ ਉਹਦਾ ਸੋਲਿਊਸ਼ਨ ਲੈਂਦੇ ਹਾਂ ਉਹਦੇ ਵਿੱਚ ਕਿੰਨਾ ਨਿਕਲ ਪ੍ਰੈਜ਼ੈਂਟ ਆ ਉਹਨੂੰ ਆਪਾਂ ਫਿਰ ਕੀ ਕਰਦੇ ਹਾਂ ਇੱਕ ਸੋਲਵੈਂਟ ਦੀ ਪ੍ਰੈਜ਼ੈਂਸ ਵਿੱਚ ਪ੍ਰੈਸਿਪੀਟੇਟਿੰਗ ਏਜੰਟ ਨਾਲ ਟ੍ਰੀਟ ਕਰ ਦਿੰਦੇ ਹਾਂ ਤਾਂ ਉਹਦੇ ਪ੍ਰੈਸਿਪੀਟੇਟ ਨਿਕਲ ਦੇ ਉਸ ਨਿਕਲ ਸਲਫੇਟ ਤੋਂ ਸਾਨੂੰ ਮਿਲ ਜਾਣੇ ਇਨ ਦਾ ਫਾਰਮ ਆਫ ਕੋਆਰਡੀਨੇਟ ਕੰਪਲੈਕਸ। ਉਹ ਜਿਹੜੇ ਪ੍ਰੈਸਿਪੀਟੇਟ ਜਿਹੜੇ ਆ ਗਏ ਆ ਉਹਦੇ ਤੋਂ ਅਸੀਂ ਫਿਰ ਫਾਈਂਡ ਆਊਟ ਕਰ ਲੈਂਦੇ ਹਾਂ ਕਿ ਇੰਨਾ ਨਿਕਲ ਇਹਦੇ ਵਿੱਚ ਪ੍ਰੈਜ਼ੈਂਟ ਹੋਏਗਾ। ਸੋ ਕੁਆਂਟੀਟੇਟਿਵਲੀ ਅਸੀਂ ਉਹ ਵੇ ਬਾਈ ਵੇਇੰਗ ਕਰਦੇ ਹਾਂ। ਫਿਰ ਤੁਸੀਂ ਬੇਟੇ ਹੋਰ ਦੀ ਟਾਈਟ੍ਰੇਸ਼ਨ ਸੈਕਿੰਡ ਈਅਰ 'ਚ ਵੀ ਕੀਤੀਆਂ KML ਹੋਰ ਦੀ ਟਾਈਟ੍ਰੇਸ਼ਨ ਤੁਸੀਂ ਜਿੱਦਾਂ ਦੈਟ ਐਕਟ ਐਜ਼ ਸੈਲਫ ਇੰਡੀਕੇਟਰ ਤਾਂ ਤੁਸੀਂ ਉਹਨੂੰ ਟਾਈਟ੍ਰੇਟ ਕੀਤਾ KML ਐਕਟ ਐਜ਼ ਆਕਸੀਡਾਈਜ਼ਿੰਗ ਏਜੰਟ ਇਨ ਦਾ ਪ੍ਰੈਜ਼ੈਂਸ ਆਫ ਐਸਿਡ ਹੈ ਨਾ ਬੇਸ ਵੀ ਆ ਨਿਊਟਰਲ ਸਿਸਟਮ 'ਚ ਵੀ ਆ ਬਟ ਆਪਾਂ ਐਸਿਡਿਕ ਮੀਡੀਅਮ 'ਚ ਕੀਤਾ ਆ। ਤਾਂ ਆਕਸੀਡਾਈਜ਼ਿੰਗ ਏਜੰਟ ਕੀ ਹੁੰਦਾ ਤੁਹਾਨੂੰ ਪਤਾ ਹੈ ਕਿ ਜਿਹੜਾ ਕੀ ਕਰਦਾ ਹੈ ਖੁਦ ਜਿਹੜਾ ਹੈ ਰਿਡਿਊਸ ਹੋਵੇ ਦੂਸਰੇ ਦੀ ਹੈਲਪ ਕਰੇ ਆਕਸੀਡੇਸ਼ਨ 'ਚ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਜਦੋਂ ਤੁਸੀਂ ਟਾਈਟ੍ਰੇਸ਼ਨ ਕੀਤੀ ਹੋਈ ਹੈ ਜੇ ਯਾਦ ਹੋਵੇ ਫੈਰਸ ਔਰ ਫੈਰਿਕ ਸਲਫੇਟ ਦਾ ਸੋਲਿਊਸ਼ਨ ਲੈਂਦੇ ਆ ਤਾਂ ਉਹਦੇ ਵਿੱਚ ਦੱਸਦੇ ਕਿੰਨੇ ਪਰਸੈਂਟੇਜ ਫੈਰਸ ਪ੍ਰੈਜ਼ੈਂਟ ਆ। ਤਾਂ ਉਹਦੇ ਲਈ ਉਹ ਫੈਰਸ ਸਲਫੇਟ ਜਿਹੜਾ ਉਹ ਕੱਚ ਚੇਂਜ ਹੁੰਦਾ ਬੇਟੇ ਫੈਰਿਕ ਆਕਸੀਡਾਈਜ਼ ਹੁੰਦਾ ਤੇ ਆਕਸੀਡਾਈਜ਼ ਹੁੰਦਾ ਤਾਂ ਓਬਵੀਅਸਲੀ ਉਹ ਰਿਡਿਊਸਿੰਗ ਏਜੰਟ ਹੋ ਜਾਏਗਾ। ਤੇ ਫੈਰਿਕ ਨੂੰ ਵੀ ਪਹਿਲਾਂ ਫਿਰ ਆਪਾਂ ਕੱਚ ਕਨਵਰਟ ਕਰਦੇ ਹਾਂ ਫੈਰਿਕ ਫਰਦਰ ਆਕਸੀਡਾਈਜ਼ ਨਹੀਂ ਹੋ ਸਕਦਾ Fe3 ਤਾਂ ਉਹਨੂੰ ਆਪਾਂ ਕੀ ਕਰਦੇ ਹਾਂ ਬੇਟੇ ਰਿਡਿਊਸ ਕਰਦੇ ਪਹਿਲਾਂ ਰਿਡਿਊਸਿੰਗ ਏਜੰਟ ਦੈਟ ਇਜ਼ ਸਟੇਨਲੈਸ ਕਲੋਰਾਈਡ ਨਾਲ। ਤਾਂ ਉਹ ਤੁਹਾਨੂੰ ਪਤਾ ਸਟੇਨਲੈਸ ਜਿਹੜਾ ਉਹ ਸਟੈਨਿਕ ਕਲੋਰਾਈਡ ਦੇ ਵਿੱਚ ਚੇਂਜ ਹੋ ਜਾਂਦਾ ਖੁਦ ਆਕਸੀਡਾਈਜ਼ ਹੁੰਦਾ ਔਰ ਇਹ ਜਿਹੜਾ ਹੈ ਫੈਰਿਕ ਸਲਫੇਟ ਨੂੰ ਵੀ ਕੱਚ ਕਨਵਰਟ ਕਰ ਦਿੰਦਾ ਹੈ ਫੈਰਸ ਸਲਫੇਟ। ਸੋ ਉਹ ਫੈਰਸ ਸਲਫੇਟ ਨੂੰ ਅਸੀਂ ਟਾਈਟਰ ਕਰਦੇ ਹਾਂ KMnO4 ਸੋਲਿਊਸ਼ਨ ਹੈ ਇਨ ਦਾ ਪ੍ਰੈਜ਼ੈਂਸ ਆਫ ਐਸਿਡਿਕ ਮੀਡੀਅਮ। ਸੋ ਟੋਟਲ ਫੈਰਸ ਸਲਫੇਟ ਕਿੰਨਾ ਹੈ ਔਰ ਇਕੱਲਾ ਫੈਰਸ ਸਲਫੇਟ ਨੂੰ ਜਦੋਂ KMnO4 ਨਾਲ ਟਰੀਟ ਕਰਦੇ ਤਾਂ ਕਿੰਨਾ ਆ ਫਿਰ ਉਹਨਾਂ ਦੋਵਾਂ ਦਾ ਡਿਫਰੈਂਸ ਲੈ ਲਈਏ ਤਾਂ ਫੈਰਿਕ ਤੋਂ ਫੈਰਸ ਕਿੰਨਾ ਚੇਂਜ ਹੋਇਆ ਉਹ ਸਾਰਾ ਤੁਹਾਨੂੰ ਕਲੀਅਰ ਹੋ ਜਾਂਦਾ ਹੈ। ਸੋ ਉੱਥੇ ਤੁਸੀਂ ਦੇਖਦੇ ਹੋ ਦੈਟ ਇਜ਼ ਰਿਡੌਕਸ ਟਾਈਟ੍ਰੇਸ਼ਨ ਰਿਡੌਕਸ ਮਤਲਬ ਆਕਸੀਡੇਸ਼ਨ ਰਿਡਕਸ਼ਨ ਗੋ ਸਾਈਡ ਬਾਈ ਸਾਈਡ। ਸੋ ਇੱਕ ਸਬਸਟੈਂਸ ਤਾਂ ਹੀ ਆਕਸੀਡਾਈਜ਼ ਹੋਏਗਾ ਜੋ ਦੂਜਾ ਸਬਸਟੈਂਸ ਰਿਡਿਊਸ ਹੋ ਕੇ ਟੈਂਡੈਂਸੀ ਕਰਦਾ ਹੋਏ। ਸੋ ਰਿਡੌਕਸ ਟਾਈਟ੍ਰੇਸ਼ਨ ਵੀ ਕੀਤੀ ਹੈ। ਤਾਂ ਹੁਣ ਆ ਗਿਆ ਅਸੀਂ ਕੰਡਕਟੋਮੈਟਿਕ ਟਾਈਟ੍ਰੇਸ਼ਨ ਤੇ ਇਹਦੇ ਵਿੱਚ ਕੰਡਕਟੋਮੈਟਿਕ ਟਾਈਟ੍ਰੇਸ਼ਨ 'ਚ ਬੇਟੇ ਕੰਡਕਟੈਂਸ ਮੇਜਰ ਕਰਦੇ ਆ ਕਿ ਜਿਹੜਾ ਕੋਈ ਵੀ ਸੋਲਿਊਸ਼ਨ ਲਵਾਂਗੇ ਜਿੱਦਾਂ ਹੁਣ ਅਸੀਂ ਸਟਰੋਂਗ ਐਸਿਡ ਦੀ ਸਟਰੋਂਗ ਬੇਸ ਨਾਲ ਦੇਖਾਂਗੇ ਕਿ ਜਦੋਂ ਉਹਨੂੰ ਟਾਈਟਰ ਕਰਦੇ ਹਾਂ ਐਸਿਡ ਬੇਸ ਟਾਈਟ੍ਰੇਸ਼ਨ ਹੈ ਬਟ ਉਹ ਕੰਡਕਟੋਮੈਟ੍ਰਿਕਲੀ ਆਪਾਂ ਕੰਡਕਟੋਮੈਟ੍ਰਿਕ ਸੈੱਲ ਔਰ ਸਾਰਾ ਯੂਜ਼ ਕਰਕੇ ਕੰਡਕਟੋਮੈਟ੍ਰਿਕ ਬ੍ਰਿਜ ਜਿਹੜਾ ਡਿਸਟਲ ਉਹ ਯੂਜ਼ ਕਰਕੇ ਅਸੀਂ ਫਾਈਂਡ ਆਊਟ ਕਰਾਂਗੇ ਕੰਡਕਟੈਂਸ। ਸੋ ਉਹਨੂੰ ਕਰਨ ਦੇ ਲਈ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵਟ ਇਜ਼ ਕੰਡਕਟਰ। ਸੋ ਕੀ ਕੰਡਕਟਰ ਕੀ ਹੁੰਦਾ ਹੈ ਕੰਡਕਟਰ ਜਿਹੜਾ ਹੈ ਸੋਲਿਡ ਵੀ ਹੋ ਸਕਦਾ ਜਿੱਦਾਂ ਮੈਟਰਸ ਨੇ ਮਰਕਰੀ ਜਿਹੜੀ ਹੈ ਮਰਕਰੀ ਲਿਕੁਇਡ ਬਟ ਦੈਟ ਇਜ਼ सॉलिड है और एक्ट करती है एज मतलब कंडक्टर क्योंकि क्यों सॉलिड पे कंडक्टर है क्योंकि पास हो जाती है इलेक्ट्रिसिटी आसानी तो वो भी कंडक्टर
ऑलरेडी आयनिक फॉर्म च होएगा और वो कंडक्ट करेगा इलेक्ट्रिसिटी। ठीक है, फिर आप एक्वा सोल्यूशन लेंगे। एक्वा सोल्यूशन किसी सब्सटेंस का और इलेक्ट्रिसिटी पास करते हैं, वो भी पास हो जाती है। क्यों हो जाती है? क्योंकि उत्थे ऑलरेडी वो आयनिक फॉर्म च डिसोसीएट हो चुका आयन फॉर्म च, तो जो इलेक्ट्रिसिटी पास करांगे तो वो की डायरैक्ट करती है इलेक्ट्रिसिटी, वो डायरैक्ट करती है बेटे कि जोड़ा है आयंस ने वो मूव करते हैं टुवर्ड द ऑपोजिटली चार्ज इलेक्ट्रोड, जोड़े कि बैटरी के लैफ्ट पॉजिटिव और नैगेटिव एंड कनैक्ट हो जाएगा। पॉजिटिव एंड कनैक्ट होएगा वो कहते हैं एनोड, नैगेटिव का जो कनैक्ट होएगा उन्होंने कहते हैं कैथोड। कैटायन ने मूव करना कैथोड की तरफ, एनायन ने मूव करना एनोड की तरफ। वो लेटर ऑन मैं थोड़ा सारा समझाया हुआ समझाना मतलब की हो गया बड़ा कंडक्टर सॉलिड सब्सटेंस, सॉलिड मेटल और मोल्टन स्टेट और एक्वा सोल्यूशन ऑफ द सब्सटेंस which allow the passage of electricity through it, that is called the conductor. So conductor में अभी दो प्रकार होते हैं, metallic conductor दूसरे में क्या होते हैं electric conductor। Metallic conductors are generally the metals, either they are generally solid or in case of mercury they are liquid. They will allow the passage of electricity through them in their solid state by because you have already done in 10th plus 1 class electricity model in which you will already learn कि जोड़ा है metal atom, what is metal atom? In which atom in which the valence and shell electron are very loosely held to the nucleus of the metal atom. So that loosely held electron, because most of the respective metal atom of nucleus of the respective metal atom is very weak. So easily you move कर the you will see that there is a loosely held electron of various metal atom of a particular metal, that there will be the sea of those valence electrons because they are loosely held, they have a weak force of attraction with the respective metal atom's nucleus. So the kernel, remaining part, inner shell and the nuclear part of the metal atom, that is called kernel, they are embedded in the sea of the electron. You already did that. So what is the observe कर रहे हैं कि इलेक्ट्रिसिटी क्यों मूव करती है, क्यों पास होती है? Because of the movement of electron, because of the movement of so this is all about then about electrolytic conductors करते हैं। the electrolysis is term of a electrolysis। दो बटना बनने इलेक्ट्रॉन में से इलेक्ट्रिसिटी, लाइसिस में ब्रेकडाउन। सोडियम क्लोराइड मोल्टन सीड्स लेने या फिर किसी एक्वा सोल्यूशन सोडियम क्लोराइड का एक एग्जांपल ले रही है, ਉਹਦੇ ਵਿੱਚੋਂ ਆਪਾਂ ਇਲੈਕਟ੍ਰਿਸਿਟੀ ਪਾਸ ਕਰਦੇ ਹਾਂ। ਉਸ ਦੇ ਨਾਲ ਔਰ ਇਲੈਕਟ੍ਰਿਸਿਟੀ ਪਾਸ ਹੋਣ ਦੇ ਨਾਲ ਕੀ ਹੁੰਦਾ ਹੈ, ਮਤਲਬ ਇਲੈਕਟ੍ਰੀਕਲ એનર્ਜੀ ਕੱਚ ਕਨਵਰਟ ਹੋ ਜਾਂਦੀ ਹੈ। ਜਿਹੜੇ ਐਕਵਾ ਸੋਲਿਊਸ਼ਨ ਜਿਹੜੇ ਸਬਸਟੈਂਸ ਐਕਵਾ ਸੋਲਿਊਸ਼ਨ ਤੋਂ ਪਾਸ ਹੁੰਦੀ ਹੈ ਜਾਂ ਫਿਰ ਉਹਦਾ ਮੋਲਟਨ ਸਟੇਜ ਤੋਂ ਪਾਸ ਹੁੰਦੀ ਹੈ ਤਾਂ ਉਹਦਾ ਕੈਮੀਕਲ ਰਿਐਕਸ਼ਨ ਪਾਸ ਕਰਦੀ ਹੈ, ਮਤਲਬ ਇਲੈਕਟ੍ਰੀਕਲ એનર્ਜੀ ਕਨਵਰਟ ਹੋ ਜਾਂਦੀ ਹੈ ਕੈਮੀਕਲ એનર્ਜੀ। ਸੋ ਉਹ ਫਿਨੋਮੀਨਾ ਨੂੰ ਕਹਿੰਦੇ ਆ ਇਲੈਕਟ੍ਰੋਲਾਈਸਿਸ। ਸੋ ਵਟ ਇਜ਼ ਇਲੈਕਟ੍ਰੋਲਾਈਸਿਸ? ਇਟ ਇਜ਼ ਦ ਫਿਨੋਮੀਨਾ of passage of the electricity through the aqua solution or molten state of a substance due to the movement of ions which are already dissociated and they will move towards the oppositely charged electron। So ਉੱਥੇ ਆਪਾਂ ਸਾਰੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੀ ਹੈ। और इसकी कहते हैं कि ਆਪਾਂ ਆ ਵੈਸਲ ਦੇ ਵਿੱਚ ਆਪਾਂ ਇਲੈਕਟ੍रोलाइट ਜਾਂ ਮੋਲਟਨ ਸਟੇਟਸ ਲਵਾਂਗੇ कोई भी सब्सटेंस या फिर मेरे नाम में बैठे एक्वा सोल्यूशन और दूसरे सब्सटेंस का लगाते एक्वा सोल्यूशन ऑफ द सब्सटेंस। बेटे लोग जूम कर रही है कि नहीं?
यस मैम। ਜਿਹੜੀ ਚੀਜ਼ ਲੈ ਸਕਦੇ ਆ ਮੰਨ ਲਓ ਕਿ ਦੋ ਇਲੈਕਟ੍ਰੋਡ ਪਲੈਟੀਨਮ ਦੇ ਉਹਨੂੰ ਪਲੈਟੀਨਮ ਬਲੈਕ ਕੋਡਡ ਕੀਤਾ ਹੋਏਗਾ ਜਿਹੜੇ ਨਾਲ ਜਿਹੜਾ ਪਲੈਟੀਨਮ ਨਾਲ ਨਹੀਂ ਹੈ तो जिनका जो इलेक्ट्रोड को बैटरी दे नेगेटिव एंड पॉजिटिव एंड का इलेक्ट्रॉन जो पॉजिटिव एंड इलेक्ट्रॉन जो इलेक्ट्रॉन के लिए बेटा ये मर्ज किया होगा उसके जो मोटर से या फिर एक्वा ये मर्ज की होगी बैटरी से नेगेटिव एंड का वो कैथोड है दूसरा भी बेटा पॉजिटिव एंड वाला एनोड ठीक है। मैं एग्जांपल्स ले रही हूँ उन्होंने थोड़ा एक्सप्लेन करूँगी एनोड की थोड़ी ऑक्सीडेशन लॉस ऑफ इलेक्ट्रॉन कैथोड की होंगी है बेटे रिडक्शन गेन ऑफ इलेक्ट्रॉन तो किने किधर मूव करना और जो कैटोइन्स आ उन्होंने कैथोड नेगेटिव एंड ऑफ द बैटरी की तरफ मूव करना और एनायन ने एनोड की तरफ नेगेटिवली चार्ज आएंगे टूवर्ड द पॉजिटिव एंड ऑफ द बैटरी ताकि वो अपना चार्ज गेट रीड ऑफ कर दे। क्लियर है बेटे। फॉर एग्जाम्पल लै रहे हैं एक्वा सोल्यूशन ऑफ सोडियम क्लोराइड की जो इलैक्ट्रिसिटी पास करते हैं जो इलैक्ट्रोलाइसिस होता सानू एट कैथोड मिलता हाइड्रोजन गैस क्लोरीन मिलती है सानू एट एनोड तो पिछे की बच जाता सोल्यूशन इन सोल्यूशन सोडियम आयन जी हाइड्रोक्साइड आयन का मतलब सोल्यूशन जोड़ा है सोडियम हाइड्रोक्साइड का बन गया इंटरैक्ट वे ऑफ प्रेपरेशन ऑफ सोडियम हाइड्रोक्साइड सो सोल्यूशन इज अल्कलाइन इन नेचर सो बेटे इधर इलैक्ट्रोलाइट केमिस्ट्री की है कि थानू पता है इन्होंने पिछों NaCl जोड़ा है एक्वा डायरेक्टली कॉन्सेंट बॉर्डर का बहुत ज़्यादा होगा और डिसोसिएट कंप्लीट हो जाएगा Na पॉजिटिव एक्वा के OH एक्वा हाइड्रोक्सीलाइट एक्वा के इदां बेटे जोड़ा है बॉर्डर भी और वीक इलैक्ट्रोलाइट वो भी डिसोसिएट हो जाएगा सारे बेटे H पॉजिटिव तो OH इतने बेटे आना Cl नैगेटिव इतने आ होएगा OH नैगेटिव सो बेटे इतने तुम की ऑब्जर्व कर रहे हो हूँ एटाइन्स ने सोडियम आयन प्रोटॉन दे विल मूव टूवर्ड they are cation they will move towards the because they are carrying positive charge they will move towards cathode both again chloride or hydroxyl ion move towards anode पे ये positive charge negative and the hydroxyl ion they move towards the anode positive end of the battery they will undergo they will have to undergo oxidation loss of electron but the discharge potential of chloride ion discharge potential of chloride ion is less than hydroxyl ion so it will undergo oxidation so chloride ion will undergo oxidation so it will lose electron chloride ion एक इलेक्ट्रॉन लूज कर देगा चेंज हो जाएगा न्यूट्रल क्लोरीन एटम अनदर क्लोरीन एटम ना कंबाइन करके गैस ਜਿਹੜੀ क्लोरीन गैस रिलीज हो जाएगी ਇਹਦੇ ਤੇ बेटे एट एनोड ਤੇ बेटे ਤੁਹਾਨੂੰ ਪਤਾ कि ये ऑक्सीडेशन यदि होगी लॉस ऑफ इलेक्ट्रॉन होगी इनू गेन कौन करेगा इन्होंने दोनों के विचों कोई एक पिछे साढ़े को की बच गया सोल्यूशन च हाइड्रोक्सिल आयन है तो कैथोड के की होने वाली रिडक्शन गेन ऑफ इलेक्ट्रॉन जिन्हें इलेक्ट्रॉन लूज किए हैं वो कैथोड दैट इज नेगेटिव एंड ऑफ द बैटरी कैथोड नेगेटिव एंड ऑफ द बैटरी रिडक्शन होगी दैट इज गेन ऑफ इलेक्ट्रॉन होगा तो बेटे इतनी ऑब्जर्व करोगे कि डिस्चार्ज पोटेंशियल कितना तक होगा Na पॉजिटिव और H पॉजिटिव तो H पॉजिटिव डिस्चार्ज पोटेंशियल ऑफ H पॉजिटिव लेस देन Na पॉजिटिव so it will undergo reduction एक गेन करेगा जो यूज इलेक्ट्रॉन क्लोरीन में क्लोराइड में वो गेन करेगा नेचर हाइड्रोजन जब एटॉमिक हाइड्रोजन चेंज होएगा वो अनस्टेबल ना वो अनदर हाइड्रोजन मिलकर हाइड्रोजन गैस रिलीज हो जाएगी जो एक पर रिजर्वायर कलेक्ट कर लेंगे एट कैथोड
पीछे की बचा है कैथोड एंड में पॉजिटिव की बची है एंड दूसरा सोल्यूशन की है एल्कलाइन इन नेचर। हुण बेटे आपां गल करिए कि इन्हां दी जिहड़ा इलैक्ट्रिसिटी कंडक्टर्स ने उन्हां विच जिहड़ी है कंस्टिट्यूएंट पार्टिकल किहड़े ने आयंस। सो उन्हां दे विच जिहड़ा कंडक्ट हुंदी है इलैक्ट्रिसिटी वो किहदे करके हुंदी है ड्यू टू द मूवमेंट ऑफ आयंस, किहदे करके ड्यू टू द मूवमेंट ऑफ आयंस। सो एक दूसरा पॉइंट है कि मैटेलिक कंडक्टर जिहड़े मैटेलिक कंडक्टर and electrolytic conductors obey Ohm's law। लोअर क्लास तो पढ़ते हैं Ohm's law, मेडिकल वाले ने भी पढ़िया, नॉन मेडिकल वाले +1 +2। तो Ohm's law कि अगर एक मनिए पर एक कंडक्टर है, ठीक है, वो एक कंडक्टर है, यदि लेंथ जी है सानू पता होनी चाहिए है एल का, लेंथ एल का, एरिया ऑफ क्रॉस सेक्शन इहदा ए है। तो बेटे की होएगा कि अकॉर्डिंग टू Ohm's law की है कि जो दो एंड ते कंडक्टर के दो एंड ते पोटेंशियल डिफरेंस का क्रिएट होएगा। वो जो पोटेंशियल डिफरेंस क्यों क्रिएट होना, क्योंकि जो आप इलैक्ट्रिक करंट पास करना है, ठीक है, आई इलेक्ट्रिक strength of the electric current pass through the conductor is directly proportional to the potential difference E। potential difference गिरा है E between the two end of the conductor and inversely proportional to the resistance or you can say hindrance created to the movement of electrons। इलैक्ट्रॉन की मूवमेंट को पिछे वाले तक वापस लेना कि मूव ना कर सकन इन फॉरवर्ड डायरेक्शन। सो ऑब्वियसली वो आर होएगी, सो वो इनवर्सली प्रोपोर्शनल होएगा। सो अकॉर्डिंग टू Ohm's law स्ट्रेंथ ऑफ अ इलेक्ट्रिक करंट पासिंग थ्रू अ कंडक्टर हैविंग लेंथ L, एरिया ऑफ क्रॉस सेक्शन A is directly proportional to is equal to या directly proportional to potential difference between the two ends of the conductor E and inversely proportional to directly proportional to the resistance offered to the flow of the current। So this is I is equal to E over R। और E पोटेंशियल डिफरेंस अगर वोल्ट विच आप मेजर करते हैं या इलेक्ट्रॉन वोल्ट मेजर करते हैं तो आप जिहड़ा है करंट को एम्पीयर मेजर करते हैं बेटे, एम्पीयर मेजर करते हैं तो रेजिस्टेंस जी है वो की होएगी ओम। उन्होंने इदा भी लिख देते सिग्मा की फॉर्म है ना। तो बेटे हुण आपां गल करनी है रेजिस्टेंस तो बाद कंडक्टेंस। कंडक्टेंस इज ऑफ ए कंडक्टर इज इनवर्सली प्रोपोर्शनल टू रेजिस्टेंस। Conductors of a conductor that is denoted by C, capital C, is inversely proportional to resistance R। So अगर यूनिट जेडे है यूनिट ऑफ R is ohm, so unit of conductance will be P will be per ohm or Siemens in both CDS and SI system। बेटे हुण असीं रिलेशनशिप दसना रेजिस्टेंस एंड स्पेसिफिक रेजिस्टेंस। For a
conductor resistance offered at a particular temperature. So resistance R of a conductor is directly proportional to the length of the conductor and inversely proportional to area of cross section. तो R दोनों में मिला रही है इक्वेशन 1 और 2 दोनों लेफ्ट साइड से राइट साइड इनवर्सली प्रोपोर्शनल डायरेक्टली प्रोपोर्शनल L ओवर A. तो अगर मैं प्रोपोर्शनल के साइन में यूज करा रो आई विल यूज द टर्म इक्वल रो is equal R is equal to rho into L over A, where rho is the constant of proportionality and is called specific resistance. इन्हों की कहने हैं बेटे specific resistance. बेटी हुण अगर असीं डिफाइन करना स्पैसिफिक रेजिस्टेंस नूं तो इस रिलेशन दे विच आ मैं लै रही वी नो दैट जदों की डेफिनेशन आ जाए वी नो दैट रेजिस्टेंस फॉर ए कंडक्टर इज इक्वल टू रो इनटू L ओवर A. अगर लेंथ जी है बेटे लेंथ अगर अपन लेने 1 सेंटीमीटर एरिया ऑफ क्रॉस सेक्शन 1 स्क्वायर सेंटीमीटर तो वो इस रिलेशन जब मैं पुट करूँगी मेरे को आ जाएगा बेटे R इज इक्वल टू रो 1 into 1 मीन्स R इज इक्वल टू रो. ठीक है बेटे क्लियर. सो हम मैं डिफाइन कर सकती स्पेसिफिक रेजिस्टेंस नो रो नो स्पेसिफिक रेजिस्टेंस जी है दैट मे बी डिफाइंड एज रेजिस्टेंस ऑफर्ड बाय द कंडक्टर रेजिस्टेंस ऑफर्ड दिस इज specific resistance that is equal to resistance offered by a conductor of unit length per unit area of cross section of the conductor to the passage of the electric current. resistance किहनूं ऑफर करनी जिहड़ा पैसेज हो रही इलैक्ट्रिक करंट उहनूं रोकण दी कोशिश जिहड़ी that is the specific resistance. बेटे ये यूनिट जोड़े आ ठीक है आप यूनिट भी कट सकते हैं यूनिट जी आप कटी ठीक है आही रिलेशन की हो दैट की कटी बेटे मैं रो लेना ना रो द यूनिट R इधर ही है A ऊपर चला गया न्यूमरेटर L डिनोमिनेटर से इधर चला गया मेरे को आ गया R इंटू A ओवर L इज इक्वल टू रो. ਹੁਣ ਅਸੀਂ यूनिट दस सकते हैं ये ओम ਇਹਦਾ ਜੇ सेंटीमीटर से हो ਇਹਦਾ बेटा सेंटीमीटर एक कैंसिल हो गया तो यूनिट की हो गए ये ओम ठीक है बेटे. नाउ राइट डाउन ਹੁਣ ਆਪਾਂ रिलेशनशिप करना कंडक्टेंस एंड स्पेसिफिक कंडक्टेंस के बेटे कंडक्टेंस से स्पेसिफिक कंडक्टेंस relationship between conductance and specific conductor. बेटे सानू कंडक्टेंस का पता C है ना रेसिप्रोकल ऑफ रेजिस्टेंस इज इक्वल टू कंडक्टेंस. सो बेटे ये की करना राइट ना जो असी स्पैसिफिक रेजिस्टेंस रेसिप्रोकल ले लेंगे तो सानू की देगा स्पैसिफिक कंडक्टेंस. सो राइट डाउन रेसिप्रोकल ऑफ रेजिस्टेंस इज कंडक्टेंस. वी नो दैट है ना. वी आल्सो नो दैट रो की स्पेसिफिक बेटे स्पेसिफिक रेजिस्टेंस है ना. सो ਇਹਦਾ रेसिप्रोकल रो दा गिव राइज टू ਕੀ ਦੇਗਾ ਸਾਨੂੰ स्पेसिफिक कंडक्टेंस कापा की देगा कापा
ਇਹਨੂੰ ਕਹਿੰਦੇ ਆ ਕਾਪਾ ਸਪੈਸਿਫਿਕ ਕੰਡਕਟੈਂਸ। ਬੇਟੇ ਕਾਪਾ ਇਕੁਅਲ ਟੂ 1/ρ ਹੋ ਗਈ, ਠੀਕ ਹੈ। ਤੇ ਬੇਟੇ ਰੋ ਦੇ ਉੱਦਾਂ ਵੀ ਆਪਾਂ ਜੇ ਯੂਨਿਟ ਸਪੈਸੀਫਿਕ ਕੰਡਕਟੈਂਸ ਦੇਖਣੇ ਹੋਣ ਤਾਂ ਸਰ ਸਾਨੂੰ ਰੋ ਦੇ ਪਤਾ ਆ ਓਮ ਸੈਂਟੀਮੀਟਰ ਆ ਤੇ ਇਹਦੇ ਪਰ ਓਮ ਪਰ ਸੈਂਟੀਮੀਟਰ ਹੋ ਜਾਣਾ, ਠੀਕ ਆ। ਇਹਦਾ ਯੂਨਿਟ ਜੇ ਇਹਦਾ ਯੂਨਿਟ ਲਿਖਣਾ ਕਾਪਾ ਦਾ ਜਿਹੜੇ ਸਪੈਸੀਫਿਕ ਕੰਡਕਟੈਂਸ ਦਾ ਯੂਨਿਟ ਆਫ ਕਾਪਾ ਇਜ਼ ਇਕੁਅਲ ਟੂ 1/, ਇਹਦਾ ਰੋ ਦਾ ਕੀ ਹੈ ਬੇਟੇ ਓਮ ਸੈਂਟੀਮੀਟਰ ਤੇ ਮੇਰੇ ਕੋਲ ਆ ਗਿਆ ਪਰ ਸੈਂਟੀਮੀਟਰ। ਅਗਰ ਇਹ ਨਹੀਂ ਕਰਨਾ ਤਾਂ ਫਿਰ ਆਪਾਂ ਕੀ ਕਰਦੇ ਆ ਕਾਪਾ ਸਾਨੂੰ ਪਤਾ ਰੋ ਦੀ ਵੈਲਿਊ ਰੋ ਕੀ ਹੈ ਬੇਟੇ ਰੋ ਕਿਹਦੇ ਬਰਾਬਰ ਸੀ ਰੋ ਦਿੱਤਾ ਸੀਗਾ r into a over l है ना r into a over l l ऊपर चला जाएगा बाकी दैट इज 1/r l over r over लेंथ दा जे सिस्टम लेंथ दा सेंटीमीटर r दा 1/r दा की है resistance ਦਾ ohm ਲਿਖ ਲਿਆ resistance ਦਾ ohm a ਦਾ ਤਾਂ ਕੀ ਆਇਆ ਸਾਡੇ ਕੋਲ 1/, ohm ਸੈਂਟੀਮੀਟਰ मतलब पर ohm पर सेंटीमीटर, ठीक है बेटे। ਹੁਣ ਆ ਜਾਓ ਅੱਗੇ ਆਪਾਂ ਗੱਲ ਕਰਨੀ ਹੈ ਬੇਟੇ ਬਹੁਤ ਇੰਪੋਰਟੈਂਟ ਆ ਕਿਉਂਕਿ ਇਹਦੇ ਤੇ ਬੇਸਡ ਆਪਾਂ ਇਕੁਇਵਲੈਂਟ ਕੰਡਕਟਰ ਤੇ ਮੋਲਰ ਕੰਡਕਟੈਂਸ ਦੀ ਗੱਲ ਕਰਨੀ ਹੈ। ਨਾਓ ਰਾਈਟ ਡਾਊਨ ਇਕੁਇਵਲੈਂਟ ਕੰਡਕਟੈਂਸ ਲੈਮਡਾ ਨਾਲ ਡਿਨੋਟ ਕਰਦੇ ਹਾਂ। कंडक्टेंस की बेटे पहले आप गल करनी है डिनोट करते हैं लैम्डा ई के उसके नाल फिर मैं गल करनी है मोलर कंडक्टेंस की। मोलर कंडक्टेंस ਉਹਨੂੰ ਡਿਨੋਟ ਕਰਦੇ ਲੈਮਡਾ ਐਮ ਨਾਲ। ਤੁਸੀਂ +1 +2 ਚ ਗੱਲਾਂ ਕੀਤੀਆਂ ਹੋਈਆਂ ਫਿਜ਼ੀਕਲ ਕੈਮਿਸਟਰੀ ਦੇ ਵਿੱਚ ਬੇਟੇ, ਠੀਕ ਹੈ ਜੀ। ਸੋ ਬੇਟੇ ਜਦੋਂ ਆਪਾਂ ਇਕੁਇਵਲੈਂਟ ਕੰਡਕਟੈਂਸ ਦੀ ਗੱਲ ਕਰਨੀ ਹੈ ਚਾਹੇ ਆਪਾਂ ਗੱਲ ਕਰਨੀ ਹੈ ਮੋਲਰ ਕੰਡਕਟੈਂਸ ਦੀ ਤੇ ਉਹ ਕਿਹੜਾ ਪ੍ਰੋਡਕਟ ਹੋਏਗਾ ਕਾਪਾ। ਕਾਪਾ ਕਿਸੇ ਸਪੈਸੀਫਿਕ ਕੰਡਕਟੈਂਸ ਪ੍ਰੋਡਕਟ ਆਫ ਦਾ ਸਪੈਸੀਫਿਕ ਕੰਡਕਟੈਂਸ ਐਂਡ ਦਾ ਵੋਲਿਊਮ, ਠੀਕ ਆ। ਵੋਲਿਊਮ ਜਿਹੜਾ ਵੀ ਸੋਲੂਸ਼ਨ ਲਵਾਂਗੇ ਉਹਦਾ ਵੋਲਿਊਮ ਦੀ ਗੱਲ ਕਰਾਂਗੇ ਉਹਦੀ ਪਰਟੀਕੂਲਰ ਕੰਸਨਟ੍ਰੇਸ਼ਨ ਹੋਏਗੀ। ਤੇ ਜਦੋਂ ਮੈਂ ਇਕੁਇਵਲੈਂਟ ਕੰਡਕਟੈਂਸ ਦੀ ਟਰਮ 'ਚ ਗੱਲ ਕਰੂੰਗੀ ਤਾਂ ਮੈਂ ਆਪਣੀ ਕੰਸਨਟ੍ਰੇਸ਼ਨ ਜਿੱਦਾਂ ਸਪੋਜ਼ ਮੈਂ ਵੋਲਿਊਮ ਲੈ ਲੂੰਗੀ अगर 1 लीटर आई मीन 1000 ml तो ਉਹਦੀ ਕੰਸਨਟ੍ਰੇਸ਼ਨ ਸੀ in ग्राम इक्विवेलेंट होएगी और ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। मोलर कंडक्टेंस that is again product of kappa into volume of the solution। volume of the solution अगर 1000 की है concentration ਜਿਹੜੀ ਹੈ 1 mol per liter ਤਾਂ concentration m ਦੇ ਵਿੱਚ ਹੋਏਗੀ, ਠੀਕ ਹੈ। ਬਾਅਦ ਚ ਦੀ ਯੂਨਿਟ ਦੀ ਗੱਲ ਕਰਨੀ ਹੈ ਫਿਰ ਇਹਨਾਂ ਦੀ ਡਿਲੂਸ਼ਨ ਦੀ ਗੱਲ ਕਰਨੀ ਹੈ। ਡਿਲੂਸ਼ਨ ਦੇ ਨਾਲ ਕਿ ਸੋਲਵੈਂਟ ਅਗਰ ਜ਼ਿਆਦਾ ਆ ਤਾਂ ਫਿਰ ਕੀ ਹੁੰਦਾ। ਹੁਣ ਬੇਟੇ ਸਾਨੂੰ ਹੁਣ ਪਤਾ ਹੋਣਾ ਚਾਹੀਦਾ ਇਕੁਇਵਲੈਂਟ ਕੰਡਕਟੈਂਸ ਕੀ ਹੈ ਕਿ ਜਦੋਂ ਆਪਾਂ ਜਦੋਂ 2 ਇਲੈਕਟ੍ਰੋਡ ਲਏ, ਠੀਕ ਆ, 2 ਇਲੈਕਟ੍ਰੋਡ ਲਏ, ਠੀਕ ਆ, ਉਹਨਾਂ ਵਿਚਲਾ ਡਿਸਟੈਂਸ ਜਿਹੜਾ ਆ ਉਹ 1 ਸੈਂਟੀਮੀਟਰ ਅਪਾਰਟ ਆ, ਮਤਲਬ ਯੂਨਿਟ ਸੈਂਟੀਮੀਟਰ ਯੂਨਿਟ ਆ पर 1 यूनिट है डिस्टेंस 1 यूनिट है तो एरिया ऑफ क्रॉस सैक्शन उन्होंने इलैक्ट्रोड्स का इन्ना कुछ ज़्यादा है कि वो अपने विच अकोमोडेट कर सकते हैं होल ऑफ द सफिशिएंट वॉल्यूम ऑफ द यू कैन से सॉल्यूशन कंटेनिंग 1 ग्राम इक्विवेलेंट ऑफ द इलैक्ट्रोलाइट। इलैक्ट्रोलाइट दी जी इलैक्ट्रोलाइट की है सल्यूट, ओबवियसली सल्यूट ने सॉल्वेंट नाल मिलकर सल्यूशन बनाना। ਸੋਲੂਸ਼ਨ ਜਿਹੜਾ ਆ ਉਹਦੇ ਵਿੱਚ ਜਦੋਂ ਸੋਲੂਸ਼ਨ ਦੇ ਵਿੱਚ ਦਾ ਵੋਲਿਊਮ ਇੰਨਾ ਕੁ ਸਮਾ ਲੈਂਦਾ ਜਿਹਦਾ ਕਿ ਕਨਸੈਂਟ੍ਰੇਸ਼ਨ ਕੀ ਆ ਵਿੱਚ ਕੰਟੇਨ 1 ਗ੍ਰਾਮ ਇਕੁਇਵਲੈਂਟ ਆਫ ਦਾ ਇਲੈਕਟ੍ਰੋਲਾਈਟ। ਸੋ ਬੇਟੇ ਕੀ ਹੈ ਜਿਹੜੀ ਇਕੁਇਵਲੈਂਟ ਕੰਡਕਟੈਂਸ ਕੀ ਹੈ ਕਿ ਜਦੋਂ 2 ਇਲੈਕਟ੍ਰੋਡ ਦੇ ਵਿੱਚ ਯੂਨਿਟ ਡਿਸਟੈਂਸ ਆ ਤੇ ਉਹਨਾਂ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਏਰੀਆ ਇੰਨਾ ਕੁ ਜ਼ਿਆਦਾ ਕਿ ਉਹ ਹੋਲ ਆਫ ਦਾ ਮਤਲਬ accommodate कर सकता है sufficient volume of the solution which carry 1 gram equivalent of electrolyte। वो दी conductance ਨੂੰ ਆਪਾਂ ਕੀ ਕਹਿੰਦੇ ਆ equivalent conductance। So what is equivalent conductance? It is the conductance of a solution placed between the 2 electrode 1 unit per unit you can say again द्वारा equivalent conductance ਜਿਹੜੀ ਹੈ that is the conductance of a solution which is placed between the 2 electrodes which are separated by say 1 centimeter apart and their area of cross section is so large
that they can accommodate whole of sufficient volume of the that solution carrying 1 gram equivalent of the electrolyte. So obviously बेटे ਉੱਥੇ ਕੀ ਹੋ ਜਾਏਗਾ ਜਿਹੜਾ ਹੈ लैम्डा इक्विवेलेंट इज इक्वल टू कापा इनटू वॉल्यूम वॉल्यूम कितना होएगा अगर पर लीटर लिया था 1000 ओवर सी मतलब कंसनट्रेशन ऑफ द इलेक्ट्रोलाइट दैट इज इन ग्राम इक्विवेलेंट ठीक है पर लीटर सो अगर आप गल करिए बेटे यूनिट की गल करिए तो थानू पता यूनिट जोड़ा इक्विवेलेंट कंडक्टर का ये स्पेसिफिक कंडक्टर इसका यूनिट की सी बेटे ठीक है जी तो 1000 ਜਿਹੜਾ ਆਪਾਂ ਲੈਨੇ ਆ ਕਿਊਬਿਕ ਸੈਂਟੀਮੀਟਰ ਕਹਿ ਸਕਦੇ ਆ ਵੋਲਿਊਮ ਨੂੰ ਵੋਲਿਊਮ ਕੀ ਹੋ ਜਾਏਗਾ ਬੇਟੇ ਕਿਊਬਿਕ ਸੈਂਟੀਮੀਟਰ ਫਿਰ ਉਸ ਤੋਂ ਬਾਅਦ ਹੋਰ ਕੀ ਹੈ ਸਾਡੇ ਕੋਲ ਕਨਸੈਂਟ੍ਰੇਸ਼ਨ ਗ੍ਰਾਮ ਇਕੁਇਵਲੈਂਟ ਉਹ ਕੀ ਹੋਏਗੀ ਗ੍ਰਾਮ ਇਕੁਇਵਲੈਂਟ ਜੀ ਗ੍ਰਾਮ ਇਕੁਇਵਲੈਂਟ ਠੀਕ ਹੈ ਜੀ तो यूनिट की हो गया फिर बोलो एक जो माइनस सी जो माइनस 5 हो गया स्क्वायर हो गया पर ग्राम इक्विवेलेंट सेंटीमीटर स्क्वायर सेंटीमीटर या सेंटीमीटर स्क्वायर ठीक है यूनिट तो ये लिख देते हैं यूनिट होएगा पर molar conductance से आगे बेटे lambda m naught denote कर दिया that is defined as conductance of a solution which is placed between the two electrodes which are 1 centimeter apart from each other and their area of cross section is so large that can accommodate sufficient volume of that solution which carry 1 mole of the electrolyte so ਉਹਦੇ ਵਿੱਚ ਇਹਦਾ unit ਕੀ ਹੋ ਜਾਏਗਾ ਬੇਟੇ ਕਾਪਾ ਦਾ ਹੈਗਾ ਇਹਦਾ molar conductance ਦਾ कापा का है वॉल्यूम पर सेंटीमीटर ठीक है जी वॉल्यूम का क्यूबिक सेंटीमीटर द मोल है ना तो सब में से तो कह सकते हैं पर स्क्वायर सेंटीमीटर पर मोल ऐसे जो है ठीक है मोलर कंडक्टेंस से ਹੁਣ ਅੱਗੇ ਆਈਏ ਬੇਟੇ ਆਪਾਂ ਡਿਲੂਸ਼ਨ ਤੇ ਡਿਲੂਸ਼ਨ ਵੇਰੀਏਸ਼ਨ ਕੰਡਕਟੈਂਸ ਦੀ ਕਿੱਦਾਂ ਹੁੰਦੀ ਹੈ ਵਿਦ ਡਿਲੂਸ਼ਨ variation of conductance with dilution बेटे हम डेफिनेशंस क्लियर होनी चाहिए मैं सारी डेफिनेशंस कराती हैं पर तुसी हुण ਇਹਦੇ ਵਿੱਚ ਮੈਨੂੰ ਦੱਸੋਗੇ स्पेसिफिक कंडक्टेंस ਦੀ ਆਪਾਂ ਗੱਲ ਕਰਨੀ ਹੈ दैट इज ਆਪਾਂ इक्विवेलेंट कंडक्टेंस दैट इज मोलर कंडक्टेंस ਦੀ ਗੱਲ ਕਰਨੀ ਹੈ बोथ ਜਿਹੜੇ स्पेसिफिक कंडक्टेंस ਆ स्पेसिफिक कंडक्टेंस ਨੂੰ ਕਿੰਨਾ ਡਿਨੋਟ ਕਰਦੇ ਸੀ ਕਾਪਾ ਔਰ ਇਕੁਇਵਲੈਂਟ ਕੰਡਕਟੈਂਸ ਨੂੰ ਲੈਮਡਾ ਈਕਿਊ ਦੇ ਨਾਲ ਉਹ ਕਿਸੇ ਵੀ ਇਲੈਕਟ੍ਰੋਲਾਈਟ ਦੀ ਉਹ ਵੇਰੀ ਕਰਦੀ ਹੈ ਵਿਦ ਡਿਲੂਸ਼ਨ ਮਤਲਬ ਆਪਾਂ ਸੋਲਵੈਂਟ ਜ਼ਿਆਦਾ ਪਾ ਦਿੰਦੇ ਆ ਐਕਸੈਸ 'ਚ ਪਾ ਦਿੰਦੇ ਆ ਵਧਾ ਦਿੰਦੇ ਆ ਸੋਲਵੈਂਟ ਦੀ ਅਮਾਊਂਟ ਆਈ ਮੀਨ ਟੂ ਸੇ ਅਮਾਊਂਟ ਜਾਂ ਵੋਲਿਊਮ ਉਹਦਾ ਵਧਾ ਦਿੰਦੇ ਆ ਤਾਂ ਉਹਨਾਂ ਆਪਾਂ ਕਹਿੰਦੇ ਡਿਲੂਟ ਹੋ ਗਿਆ ਇਲੈਕਟ੍ਰੋਲਾਈਟ ਉਨਾ ਹੀ ਰਿਹਾ इक्विवेलेंट 1 ग्राम इक्विवेलेंट ही बट आप पानी या कोई भी सॉल्वेंट ज़्यादा पाता तो डिल्यूट होएगा तो डिल्यूशन होने के नाल किद्दां उस सोल्यूशन की स्पेसिफिक कंडक्टेंस कापा और इक्विवेलेंट कंडक्टेंस जिहड़ी है लैम्डा ईक्यू और मोलर कंडक्टेंस लैम्डा एम वो वेरी करती है चेंज करती है बेटे एक पॉइंट जिहड़ा तुसीं नोट करना स्पेसिफिक कंडक्टेंस दैट इज कापा दैट इज डिक्रीजेस ऑन डिल्यूशन स्पेसिफिक कंडक्टेंस जिहड़ी है स्पेसिफिक कंडक्टेंस decreases with dilution क्यों भाई की सी डेफिनेशन कापा की सी बेटे कापा is equal to 1.2 हाँ जी A over L R I L over kappa is equal to R upon
1/r के बराबर होंगे। ठीक है, सो बेटे हुण मैनू दसो, मैं क्या कि थानू कि जिहड़ा है स्पैसिफिक कंडक्टेंस घटदी है विद डिल्यूशन, क्यों घटदी है? ਜਿਹੜੀ ਉਹ ਕੱਢ ਦੇਗੀ ਸੋਲੂਸ਼ਨ ਦੀ। ਇਲੈਕਟ੍ਰੋਲਾਈਟ ਤਾਂ ਉਨਾ ਹੀ ਹੈ ਬੇਟੇ। ਮੰਨ ਲਓ ਜਾਂ ਮੈਂ 1 ਗ੍ਰਾਮ ਇਕੁਇਵਲੈਂਟ ਲਿੱਤਾ ਜਾਂ ਮੈਂ 1 ਮੋਲ ਲਿੱਤਾ, ਉਹ ਤਾਂ ਕੁਆਂਟੀਟੀ ਉਨੀ ਰਹੀ। ਪਾਣੀ ਵਧਾਤਾ ਜਾਂ ਸੋਲਵੈਂਟ ਵਧਾਤਾ, ਉਹਦੇ ਨਾਲ ਉਹਦਾ ਜਿਹੜਾ ਸੋਲੂਸ਼ਨ ਦਾ ਵੋਲੀਅਮ ਜ਼ਰੂਰ ਵੱਧ ਗਿਆ, ਵੋਲੀਅਮ ਵੱਧ ਗਿਆ, ਬਟ ਇਹਦਾ ਮਤਲਬ ਜਿਹੜੀ ਸਟਰੈਂਥ ਹੈ ਉਹ ਕੀ ਕਰ ਗਈ, ਕੌਨਸਨਟ੍ਰੇਸ਼ਨ ਜਿਹੜੀ ਉਹ ਕੀ ਕਰ ਗਈ, ਡਿਕਰੀਜ਼ ਕਰ ਗਈ। ਜੇ ਕੌਨਸਨਟ੍ਰੇਸ਼ਨ ਡਿਕਰੀਜ਼ ਕਰ ਗਈ ਤਾਂ ਓਬਵੀਅਸਲੀ ਬੇਟੇ ਵਟ ਵਿਲ ਬੀ ਦੇयर ਜਿਹੜੀ ਹੈ ਕੰਡਕਟੈਂਸ, ਆਈ ਮੀਨ ਟੂ ਸੇ ਕੰਡਕਟੈਂਸ ਕਰ ਦੇਗੀ, ਔਰ ਓਬਵੀਅਸਲੀ ਕੀ ਕਰ ਦੇਗਾ, ਆਪਕਾ ਸਪੈਸਿਫਿਕ ਕੰਡਕਟੈਂਸ ਕਰ ਦੇਗੀ। ਕਲੀਅਰ ਹੈ ਨਾ। ਦੂਜਾ ਪੁਆਇੰਟ ਬੇਟੇ ਕਿ ਮੈਂ ਹੁਣ ਕਹਿਣਾ ਆ ਕਿ ਜਿਹੜੀ ਇਕੁਇਵਲੈਂਟ ਕੰਡਕਟੈਂਸ ਹੈ ਜਾਂ ਮੋਲਰ ਕੰਡਕਟੈਂਸ ਆ ਉਹ ਵੱਧ ਜਾਂਦੀ ਹੈ, ਉਹ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ ਵਿਦ ਡਿਲੂਸ਼ਨ। ਇਕੁਇਵਲੈਂਟ ਕੰਡਕਟੈਂਸ ਜਿਹੜੀ ਆ ਜਾਂ ਮੋਲਰ ਕੰਡਕਟੈਂਸ ਜਿਹੜੀ ਆ that increases with dilution। ਇੱਥੇ ਆਪਾਂ ਕਿਹਾ था ਕਿ ਕਾਪਾ ਜਿਹੜਾ ਉਹ ਡਿਕਰੀਜ਼ ਕਰ ਜਾਂਦਾ ਬਿਕੋਜ਼ ਆਫ ਡਿਕਰੀਜ਼ in concentration of solution or dilution on dilution। ठीक है, ਇੱਥੇ ਮੈਂ ਕਹਿ ਰਹੀ ਹਾਂ solution on dilution, ਇੱਥੇ ਮੈਂ ਕਹਿ ਰਹੀ ਹਾਂ ਇੰਕਰੀਜ਼ ਕਰ ਦੇਗੀ ਵਿਦ dilution। ਕਿਉਂ ਇੰਕਰੀਜ਼ ਕਰੇਗੀ ਬੇਟੇ? ਕਿਉਂਕਿ ਇਲੈਕਟ੍ਰੋਲਾਈਟ ਜਿਹੜਾ ਆ ਅਗਰ ਉਹਦੀ ਡਿਗਰੀ ਆਫ ਆਇਨੇਸ਼ਨ ਜਿਸ ਇਜ਼ ਐਲਫਾ ਇੰਕਰੀਜ਼ ਹੋ ਜਾਂਦੀ ਹੈ, ਡਿਗਰੀ ਉਹ ਜਿਹੜਾ ਵੀ ਇਲੈਕਟ੍ਰੋਲਾਈਟ ਹੋਏਗਾ ਉਹਦੀ ਡਿਗਰੀ ਆਫ ਆਇਨੇਸ਼ਨ ਕੀ ਹੋ ਜਾਂਦੀ ਹੈ, ਇੰਕਰੀਜ਼। ਜੇ ਇੰਕਰੀਜ਼ ਹੋ ਗਈ ਬੇਟੇ ਆਇਨਸ ਵੱਧ ਜਾਣੇ, ਜੇ ਆਇਨਸ ਵੱਧ ਗਏ ਕੰਡਕਟੈਂਸ ਵੱਧ ਜਾਣੀ, ਕੰਡਕਟੈਂਸ ਵੱਧ ਗਈ ਤਾਂ ਮੋਲਰ ਕੰਡਕਟੈਂਸ ਜਾਂ ਇਕੁਇਵਲੈਂਟ ਕੰਡਕਟੈਂਸ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਕਲੀਅਰ ਹੈ ਬੇਟੇ? ਆਪਾਂ ਇਹਨੂੰ ਦਿਖਾ ਵੀ ਸਕਦੇ ਹਾਂ ਬਾਈ ਗ੍ਰਾਫ। ਜਦੋਂ ਆਪਾਂ ਇਕੁਇਵਲੈਂਟ ਕੰਡਕਟੈਂਸ ਨੂੰ ਪਲਾਟ ਕਰਦੇ ਹਾਂ ਅਗੇਂਸਟ ਕੌਨਸਨਟ੍ਰੇਸ਼ਨ, ਦੈਟ ਇਜ਼ ਕੌਨਸਨਟ੍ਰੇਸ਼ਨ ਦੀ ਕਿਹੜੀ, ਸਕੁਅਰ ਰੂਟ ਆਫ ਸੀ। ਠੀਕ ਹੈ, ਇਲੈਕਟ੍ਰੋਲਾਈਟ ਦੀ ਲਿਖੋ ਜਦੋਂ ਬੇਟੇ ਇਕੁਇਵਲੈਂਟ ਕੰਡਕਟੈਂਸ इक्विवेलेंट कंडक्टेंस पहले ਆਪਾਂ बैठ के कहना कि आह कॉन्सेंट्रेशन से तो ਜਦੋਂ ਅਸੀਂ ਵੀਕ ਇਲੈਕਟ੍ਰੋਲਾਈਟ ਲੈਣੇ ਆ एकदम में कंसंट्रेशन करने के मतलब डिल्यूशन एकदम की डिल्यूशन एकदम में कंसंट्रेशन इक्विवेलेंट कंडक्टेंस बढ़नी शुरू हो जाएगी बेटे। एक डॉटेड लाइन का रिप्रेजेंट किया, एक पैरेलल चलेगी ये भी अल्टीमेटली स्ट्राइक करेगी बाय एक्सिस पोलर इक्विवेलेंट कंडक्टेंस। तो उत्थे जिथे कट करेगी आप कहेंगे दैट इज द लैम्डा इक्विवेलेंट एट इनफिनिटी, मीन्स इक्विवेलेंट कंडक्टेंस एट इनफिनिटी। दूसरा बेटे जो स्ट्रॉन्ग इलेक्ट्रोलाइट है दिस इज फॉर वीक इलेक्ट्रोलाइट। वीक इलेक्ट्रोलाइट की होनी बेटे आयनेशन एनर्जी जी है, आयनेशन जी है डिग्री ऑफ आयनेशन बढ़ जानी, नंबर ऑफ आयन पर यूनिट वॉल्यूम बढ़ जानी, बढ़ के तो फिर ओबीअसली की होएगी कंडक्टेंस इधर बढ़नी शुरू होगी। जिदा इधर ऐसे कंडक्टेंस आ सी बेटे फिर इक्विवेलेंट कंडक्टेंस है, फिर होर इक्विवेलेंट कंडक्टेंस घटा दी तो मेरे को ये अकॉर्डिंग इक्विवेलेंट कंडक्टेंस बढ़ इतने होर बढ़ गई जीरो की तरफ चलने होर इक्विवेलेंट कंडक्टेंस बढ़ गई। क्लीयर है बेटे? ਹੁਣ ਆਪਾਂ स्ट्रॉन्ग इलेक्ट्रोलाइट ਲੈਣਾ। स्ट्रॉन्ग इलेक्ट्रोलाइट ਦੇ ਵਿੱਚ ਤੁਸੀਂ ਕੀ ਅਬਜ਼ਰਵ ਕਰੋਗੇ, ਚਲੋ ਇੱਥੇ ਲੈਂਦਾ ਇਕੁਇਵਲੈਂਟ ਇਨਫਿਨਿਟੀ ਹੋ ਜਾਏਗਾ। ਜਿੱਦਾਂ ਜਿੱਦਾਂ ਆਪਾਂ ਕੀ ਕੀਤਾ ਕੌਨਸਨਟ੍ਰੇਸ਼ਨ ਡਿਲੂਟ ਕੀਤਾ स्ट्रॉन्ग इलेक्ट्रोलाइट ਦਾ ਜਿਹੜਾ ਹੈ ਉਹ ਜਿਹੜੀ ਇਕੁਇਵਲੈਂਟ ਕੰਡਕਟੈਂਸ ਕੀ ਕਰਨੀ ਸ਼ੁਰੂ ਹੋ ਜਾਏਗੀ, ਵਧਣੀ ਸ਼ੁਰੂ ਹੋ ਜਾਏਗੀ। ਅਲਟੀਮੇਟਲੀ that will cut by axis, that is the equivalent conductance ਸਾਨੂੰ ਮਿਲ ਜਾਏਗੀ at infinite dilution। clear है बेटे? for dilute solution।
ਉਸ ਤੋਂ ਬਾਅਦ ਬੇਟੇ ਆਪਾਂ ਗੱਲ ਕਰਨੀ ਆ ਕਿ ਆਪਾਂ ਕਰਨੀ ਹੈ ਵੈਸੇ ਕੰਡਕਟੋਮੈਟਿਕ ਟਾਈਟ੍ਰੇਸ਼ਨਸ, ਠੀਕ ਹੈ ਜੀ। ਕੰਡਕਟੋਮੈਟਿਕ ਟਾਈਟ੍ਰੇਸ਼ਨ ਕਰਨ ਤੋਂ ਪਹਿਲਾਂ ਸਾਨੂੰ ਮਤਲਬ ਜਿਹੜਾ ਹੈ ਕੰਡਕਟਿਵਿਟੀ ਵਾਟਰ ਕੀ ਹੁੰਦਾ, ਰਾਈਟ ਡਾਊਨ ਕੰਡਕਟਿਵਿਟੀ ਵਾਟਰ। ਕੰਡਕਟਿਵਿਟੀ ਜਿਹੜਾ ਵਾਟਰ ਆ ਦੈਟ ਇਜ਼ ਸਪੈਸ਼ਲੀ ਪਿਉਰੀਫਾਈਡ ਵਾਟਰ, specially purified water used for high accuracy measurements। ਰਿਜ਼ਲਟ ਜਿਹੜੇ ਸਾਨੂੰ ਬਹੁਤ ਐਕੂਰੇਟ ਆਣ, ਵਿਦ ਐਕੂਰੇਸੀ ਮਿਲਣ, measurements ਜਿਹੜੀਆਂ ਵੀ ਕਰਨੀਆਂ ਆਪਾਂ ਉਹ ਅਸੀਂ ਫਿਰ ਉਹਦੇ ਲਈ ਕਿਹੜਾ ਵਾਟਰ ਯੂਜ਼ ਕਰਦੇ ਹਾਂ, ਕੰਡਕਟਿਵਿਟੀ ਵਾਟਰ। ਸੋ ਇਹ ਕਿੱਦਾਂ obtain ਹੁੰਦਾ, ਇਟ ਇਜ਼ obtained by double distillation। ਡਿਸਟਿਲੇਸ਼ਨ ਪਤਾ ਬੇਟੇ, ਕੋਈ ਵੀ ਲਿਕੁਇਡ ਆ ਜਦੋਂ ਉਹਨੂੰ ਹੀਟ ਕਰਦੇ ਆ ਉਹ ਵੇਪਰ 'ਚ ਚੇਂਜ ਹੁੰਦਾ, ਵੇਪਰਸ ਨੂੰ ਕੰਡੈਂਸਰ 'ਚੋਂ ਪਾਸ ਕਰਦੇ ਆ, ਉਹਦੇ ਅਰਾਊਂਡ ਜੈਕਟ ਹੁੰਦੀ ਹੈ ਵਾਟਰ ਸਰਕੂਲੇਟ ਕਰਦਾ, ਉਹਨੂੰ ਠੰਡਾ ਕਰ ਦਿੰਦਾ ਵੇਪਰ ਨੂੰ। ਵੇਪਰ ਜਿਹੜੇ ਅਲਟੀਮੇਟਲੀ ਫਿਰ ਕੱਚ ਹੋ ਜਾਂਦੇ ਲਿਕੁਇਡ 'ਚ ਚੇਂਜ, ਉਹਨੂੰ ਦੂਸਰੇ ਐਂਡ 'ਤੇ ਆਪਾਂ ਰਿਸੀਵਰ 'ਚ ਰਿਸੀਵ ਕਰ ਲੈਂਦੇ, ਦੈਟ ਇਜ਼ ਦ ਸਿੰਗਲ ਡਿਸਟਿਲੇਸ਼ਨ। ਉਸ ਤੋਂ ਬਾਅਦ ਫਿਰ ਉਹਦਾ ਅੱਗੋਂ ਕੀ ਕਰ ਦਈਏ, ਫਿਰ ਉਹਦੀ ਡਿਸਟਿਲੇਸ਼ਨ ਕਰ ਦਈਏ, ਫਿਰ ਉਹਨੂੰ ਠੰਡਾ ਕਰ ਲਈਏ, ਤਾਂ ਦੈਟ ਇਜ਼ ਡਬਲ ਡਿਸਟਿਲੇਸ਼ਨ। ਸੋ ਉਹ ਆਪਾਂ ਕਿੱਦਾਂ ਇਹਨੂੰ obtain ਕਰਨਾ ਕੰਡਕਟਿਵਿਟੀ ਵਾਟਰ ਨੂੰ, ਉਹਨੂੰ obtain ਕਰਦੇ ਆ ਬਾਏ ਡਬਲ ਡਿਸਟਿਲੇਸ਼ਨ ਆਫ ਵਾਟਰ ਆਫਟਰ ਐਡਿੰਗ ਪੋਟਾਸ਼ੀਅਮ ਪਰਮੈਂਗਨੇਟ, KMnO4 ਜਿਹੜਾ ਪਾਉਣ ਤੋਂ ਬਾਅਦ, ਔਰ KMnO4 ਐਂਡ KOH ਪੋਟਾਸ਼ੀਅਮ ਹਾਈਡਰੋਕਸਾਈਡ, KMnO4 ਐਂਡ KOH ਜਦੋਂ ਪਾ ਲੈਂਦੇ ਆ ਵਾਟਰ ਦੇ ਵਿੱਚ, ਫਿਰ ਉਹਦੀ ਡਬਲ ਡਿਸਟਿਲੇਸ਼ਨ ਕਰਕੇ ਜਿਹੜਾ ਵਾਟਰ ਮਿਲਦਾ ਦੈਟ ਇਜ਼ ਕਾਲਡ ਦਾ ਕੰਡਕਟਿਵਿਟੀ ਵਾਟਰ, ਦੈਟ ਇਜ਼ ਯੂਜ਼ ਫॉर द measurement of for the measurement to get the measurement with accuracy। ਸੋ ਜਿਹੜੀ ਹੈ ਉਸ ਤੋਂ ਬਾਅਦ ਬੇਟੇ ਨੋਰਮਲ ਜਿਹੜੀ ਆ ਨੋਰਮਲ ਡਿਸਟਿਲਡ ਵਾਟਰ ਜਿਹੜਾ ਆਪਾਂ ਲੈਂਦੇ ਆ, ਡਿਸਟਿਲਡ ਵਾਟਰ ਜਿਹੜਾ ਲੈਂਦੇ ਆ ਕੋਈ ਵੀ ਸੋਲੂਸ਼ਨ ਪ੍ਰਪੇਅਰ ਕਰਨ ਲਈ, ਉਹਦੀ ਸਪੈਸੀਫਿਕ ਕੰਡਕਟੈਂਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਉਹ 5 × 10⁶ ਤੋਂ ਲੈ ਕੇ 10 × 10⁶ ਪਰ ਓਮ ਪਰ ਸੈਂਟੀਮੀਟਰ ਹੁੰਦੀ ਹੈ। ਕਿੰਨੀ ਹੁੰਦੀ ਹੈ ਸਪੈਸੀਫਿਕ ਕੰਡਕਟੈਂਸ ਕਿਸੇ ਨਾਰਮਲ ਡਿਸਟਿਲਡ ਵਾਟਰ ਦੀ? 5 × 10⁶ ਤੋਂ ਲੈ ਕੇ 10 × 10⁶ ਪਰ ਓਮ ਪਰ ਸੈਂਟੀਮੀਟਰ ਹੁੰਦੀ ਹੈ ਐਟ 18 ਡਿਗਰੀ ਸੈਲਸੀਅਸ, ਟੈਂਪਰੇਚਰ ਬੇਸਡ ਹੈ ਬੇਟੇ। whereas specific conductance ਕੰਡਕਟਿਵਿਟੀ ਵਾਟਰ ਦੀ ਕਿੰਨੀ ਹੁੰਦੀ ਹੈ? ਡਿਸਟਿਲਡ ਵਾਟਰ ਦੀ ਦੱਸਦੀ ਮੈਂ 5 to 10 × 10⁶ ਹੈ ਨਾ, ਪਰ ਓਮ ਪਰ ਸੈਂਟੀਮੀਟਰ। ਪਰ ਫॉर ਜਿਹੜਾ ਹੈ ਕੰਡਕਟਿਵਿਟੀ ਵਾਟਰ ਉਹਦੀ ਸਪੈਸੀਫਿਕ ਕੰਡਕਟੈਂਸ ਜਿਹੜੀ ਆ ਉਹ ਕਾਪਾ ਜਿਹੜੀ ਆ ਉਹ ਕਿਹਦੇ ਬਰਾਬਰ ਹੁੰਦੀ ਹੈ ਬੇਟੇ? ਦੈਟ ਇਜ਼ ਇਕੁਅਲ ਟੂ 0.5 × 10⁻⁶ ਪਰ ਓਮ ਪਰ ਸੈਂਟੀਮੀਟਰ। 0.5 × 10⁻⁶ ਪਰ ਓਮ ਪਰ ਸੈਂਟੀਮੀਟਰ। ਬੇਟੇ ਤੁਹਾਨੂੰ ਸੈਲ ਕਾਂਸਟੈਂਟ ਵੀ ਪਤਾ, ਵਾਟ ਇਜ਼ ਸੈਲ ਕਾਂਸਟੈਂਟ? ਕੀ ਹੁੰਦਾ ਸੈਲ ਕਾਂਸਟੈਂਟ? Cell constant is the ratio of the length of the conductor to that of the area of cross section of that conductor which is under consideration। So ਜਿਹੜਾ ਹੈ cell constant L/A ਦਾ ਉਹਦੇ ਬਰਾਬਰ ਹੁੰਦਾ। ਸੈਲ ਕਾਂਸਟੈਂਟ ਬੇਟੇ ਸਾਨੂੰ ਆਲਰੇਡੀ ਪਤਾ ਹੋਏਗਾ, ਕੰਡਕਟਿਵਿਟੀ ਜਿਹੜਾ ਸੈੱਲ ਹੋਏਗਾ ਉਹ ਕੰਡਕਟਿਵਿਟੀ ਸੈੱਲ ਜਿਹੜਾ ਉਹਦੇ ਵਿੱਚ ਕੀ ਹੋਏਗਾ, ਉਹ ਇੱਕ ਗਲਾਸ ਰੋਡ ਹੋਏਗੀ, ਗਲਾਸ ਦਾ ਇੱਕ ਜੈਕਟ ਹੋਏਗੀ, ਉਹਦੇ ਵਿੱਚ ਆਪਾਂ ਜਿਹੜੇ ਦੋਨੋਂ ਜਿਹੜਾ ਅਸੀਂ ਯੂਜ਼ ਕਰਨਾ ਹੈ ਲੈਬ ਦੇ ਵਿੱਚ, ਉਹ ਦੋਨੋਂ ਜਿਹੜੇ ਆ ਇਲੈਕਟ੍ਰੋਡ ਹੈ ਨਾ ਪਲੈਟੀਨਮ ਦੇ ਬਣੇ ਔਰ coated with platinum black, they are 1 centimeter apart। ਉਹਨਾਂ ਨੂੰ ਆਪਾਂ ਉਹਦੇ ਵਿੱਚ ਡਿਪ ਕੀਤਾ ਹੋਏਗਾ, ਉਹਦਾ ਜਿਹੜਾ ਉਹ ਇਲੈਕਟ੍ਰੋਡ ਪਲੇਟਸ ਨੇ ਜਿਹੜੀਆਂ ਇਲੈਕਟ੍ਰੋਡਸ ਨੇ ਦੋ, ਉਹ ਆਪਸ ਵਿੱਚ ਟੱਚ ਨਹੀਂ ਕਰ ਰਹੇ ਹੋਗੇ ਬਾਟਮ ਨੂੰ, ਉਹ ਸਸਪੈਂਡ ਹੋ ਗਈਆਂ, ਫਿਰ ਉਹ ਆਪਸ ਵਿੱਚ ਕਨੈਕਟ ਹੋ ਗਏ ਓਬਵੀਅਸਲੀ। ਕਲੀਅਰ ਆ? ਸੌਕੇਟਸ ਨੋਟ ਸੌਕੇਟ ਜਿਹੜਾ ਹੈ ਇੱਕ ਨੈਗੇਟਿਵ ਐਂਡ ਨਾਲ ਜਾਏਗਾ, ਇੱਕ ਪੋਜ਼ੀਟਿਵ ਨਾਲ ਜਾਏਗਾ, ਤਾਂ ਉਹਦੇ ਨੀਚੇ ਬੇਟੇ ਆਪਾਂ ਥੋੜ੍ਹਾ ਜਿਹਾ ਹੋਲ ਹੁੰਦਾ, ਉਹਨੂੰ ਹਮੇਸ਼ਾ ਅਸੀਂ ਸਾਫ਼ ਰੱਖਣਾ ਆ। ਜਿਹੜਾ ਅਸੀਂ ਜਦੋਂ ਅਸੀਂ MSc ਕਰਦੇ ਸੀ ਉਦੋਂ ਸਾਡੇ ਕੋਲ ਡਿਜੀਟਲ ਨਹੀਂ ਸੀਗੇ ਕੰਡਕਟੋਮੈਟਰੀ ਸੈੱਲ ਬ੍ਰਿਜ, ਠੀਕ ਹੈ ਜੀ। ਹੁਣ ਕਿਹੜੇ ਨੇ? ਉਹ ਡਿਜੀਟਲ ਨੇ, ਤਾਂ ਉਹਦੇ ਵਿੱਚ ਆਲਰੇਡੀ ਕੰਡਕਟਿਵਿਟੀ ਸੈੱਲ ਦੀ ਵੈਲਿਊ ਲਿਖੀ ਹੁੰਦੀ ਹੈ 1, ਠੀਕ ਆ, ਆਮ ਕਰਕੇ 1 ਹੁੰਦੀ। ਪਰ ਜਿਹੜਾ ਹੈ ਆਮ ਉੱਦਾਂ ਅਸੀਂ ਕਿੱਦਾਂ ਕਰਦੇ ਹਾਂ ਕਿ ਪੋਟਾਸ਼ੀਅਮ ਕਲੋਰਾਈਡ ਲੈਂਦੇ ਹਾਂ ਸੋਲਿਊਸ਼ਨ, ਪੋਟਾਸ਼ੀਅਮ ਕਲੋਰਾਈਡ ਦਾ ਸੋਲਿਊਸ਼ਨ ਲੈ ਕੇ ਉਹਦੀ ਜਿਹੜੀ ਹੈ 25 ਡਿਗਰੀ ਤੇ ਉਹਦੀ ਵੈਲਿਊ ਸਾਨੂੰ ਸਪੈਸੀਫਿਕ ਕੰਡਕਟੈਂਸ ਦੀ ਪਤਾ ਹੋਏਗੀ, ਦੈਟ ਇਜ਼ ਆਈ ਥਿੰਕ 25 ਡਿਗਰੀ ਸੈਲਸੀਅਸ ਯਾਦ ਹੋਣੀ ਚਾਹੀਦੀ ਹੈ, 0.0027 ਸਮਥਿੰਗ, ਠੀਕ ਹੈ, 2 ਡਿਜਿਟ ਹੋਰ ਆਉਂਦੇ ਆ, ਉਨੀ ਵੈਲਿਊ ਹੋਏਗੀ ਉਹਦੀ ਸਪੈਸੀਫਿਕ ਕੰਡਕਟੈਂਸ ਦੀ, ਕਿਹਦੀ? KCl ਦੀ ਐਟ 25 ਡਿਗਰੀ ਸੈਲਸੀਅਸ। ਅਬਜ਼ਰਵ ਕੰਡਕਟੈਂਸ ਆਪਾਂ ਇੱਕ ਸੋਲਿਊਸ਼ਨ ਉਹਦਾ ਬਣਾ ਕੇ ਕੱਢ ਲੈਂਦੇ ਆ,
उस टैंपरेचर ते जो कढ़ ले तो दोवां दा डिफरेंस जिहड़ा आई मीन तुसीं रेशो आ जिहड़ी ऑब्जर्व कंडक्टेंस ओवर ਕਿਹੜੀ ਕੰਡਕਟੈਂਸ ਸਪੈਸੀਫਿਕ ਕੰਡਕਟੈਂਸ ਜਾਂ ਸਪੈਸੀਫਿਕ ਕੰਡਕਟੈਂਸ ਓਵਰ ਅਬਜ਼ਰਵ ਦੋਨਾਂ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਕਿੱਦਾਂ ਕਰਨਾ ਉਹ ਕਰਕੇ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਈ ਵਾਰ ਇਹ ਵੀ ਆ ਜਾਂਦਾ ਠੀਕ ਹੈ ਜੀ ਸੋ ਇਹ ਇਸ ਤੋਂ ਬਾਅਦ ਬੇਟੇ ਜਿਹੜਾ ਸੈਲ ਕਾਂਸਟੈਂਟ ਦੀ ਗੱਲ ਹੋ ਗਈ ਤਾਂ ਸੈਲ ਕਾਂਸਟੈਂਟ ਜਿਹੜਾ ਆਪਾਂ ਡਿਟਰਮਾਈਨ ਕਰਦੇ ਹਾਂ ਕਿੱਦਾਂ ਬਾਏ ਸਬਸਟੀਟਿਊਟਿੰਗ ਦਾ ਸਪੈਸੀਫਿਕ ਕੰਡਕਟੈਂਸ ਆਫ ਅ ਸੋਲੂਸ਼ਨ ਆਫ KCl ਦੀ स्पेसिफिक कंडक्टेंस की वैल्यू सानू पता है कितनी है बेटे मैं 25 डिग्री सेल्सियस से गई है 0.02765 ठीक है सैल कांस्टेंट जी आप किसी भी कंडक्टिविटी सैल का कढ़ना दैट इज एट 25 डिग्री के बराबर होएगा स्पेसिफिक कंडक्टेंस ओवर द मेजर्ड कंडक्टेंस ठीक है कि स्पेसिफिक कंडक्टेंस ऑफ KCl मेजर्ड कंडक्टेंस भी कि KCl so specific conductance ਜਿਹੜੀ ਹੈ at 25 degree Celsius for KCl that is 0.02765 ਔਰ divided by observed ਜਿੰਨੀ ਵੀ ਆਏਗੀ ਹੈ ਨਾ ਉਹ ਆਪਾਂ ਪਹਿਲਾਂ ਕੱਢਦੇ ਹੁੰਦੇ ਸੀ ਹੁਣ ਕੱਢਣੀ ਨਹੀਂ ਹੈ ਕਿਉਂਕਿ ਸਾਨੂੰ ਆਲਰੇਡੀ ਪਤਾ ਹੈ ਕਲੀਅਰ ਬੇਟੇ ਇਸ ਤੋਂ ਬਾਅਦ ਜਿਹੜਾ ਕੰਡਕਟੋਮੈਟਿਕ ਟਾਈਟਰੇਸ਼ਨਸ ਨੇ ਬੇਟੇ ਉਹਨਾਂ ਦੀਆਂ ਐਪਲੀਕੇਸ਼ਨਸ ਕੀ ਹੈ ਪਹਿਲਾਂ ਐਪਲੀਕੇਸ਼ਨ ਕਰ ਲਈਏ ਤੁਸੀਂ ਕਹਿਣਾ ਕਿ ਕੰਡਕਟਰਸ ਪਹਿਲਾਂ ਕੰਡਕਟੋਮੈਟਿਕ ਟਾਈਟਰੇਸ਼ਨ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ ਪਹਿਲਾਂ ਐਪਲੀਕੇਸ਼ਨ ਦੀ ਗੱਲ ਕਰ ਲਈ ਸੋ ਕੰਡਕਟੋਮੈਟਿਕ ਟਾਈਟਰੇਸ਼ਨ ਕਿਉਂ ਆਪਾਂ ਕੰਡਕਟੈਂਸ ਕਿਉਂ ਮੈਜ਼ਰ ਕਰਨੀ ਹੈ ਕੰਡਕਟੋਮੈਟਿਕ ਟਾਈਟਰੇਸ਼ਨ ਅਸੀਂ ਕਿਉਂ ਕਰਨੀ ਹੈ ਉਹਦਾ ਕੀ ਫਾਇਦਾ ਹੈ ਉਹਦੀ ਕੀ ਐਪਲੀਕੇਸ਼ਨ ਆ ਕਿ ਅਸੀਂ ਉਹਦੇ ਤੋਂ ਅਸੀਂ ਇੱਕ ਤਾਂ ਕੰਡਕਟੋਮੈਟਿਕ ਟਾਈਟਰੇਸ਼ਨ ਕਰ ਪਾਵਾਂਗੇ ਕੰਡਕਟੈਂਸ ਮੇਜਰ ਐਪਲੀਕੇਸ਼ਨ ਆਫ ਕੰਡਕਟੈਂਸ ਮੇਜਰਮੈਂਟ कंडक्टेंस क्यों मेजर करनी है किसी भी सोल्यूशन की ताकि उसकी कंडक्टोमैटिक टाइट्रेशन कर पाइए पहली एप्लीकेशन दूसरा कि आप दैट हेल्पफुल कंडक्टेंस मेजर करके किसी सोल्यूशन की आप डिटरमिन कर सकते हैं उस सोल्यूशन का जोड़ा है आयनेशन कांस्टेंट और डिसोसीएशन कांस्टेंट ठीक है जी अल्फा फाइंड आउट कर सकते हैं तीसरा आप हाइड्रोलिसिस ऑफ एस्टर कर सकते हैं सो व्हाट आर द 3 एप्लीकेशंस ऑफ मेजरिंग द कंडक्टर एक तो है वी कैन डू द कंडक्टोमैटिक टाइट्रेशन नंबर 2 ਆਪਾਂ ਜਿਹੜਾ ਹੈ ਸਟੱਡੀ ਕਰ ਸਕਦੇ ਹਾਂ ਹਾਈਡਰੋਲਿਸਿਸ ਆਫ ਐਸਟਰ ਤੀਜਾ ਅਸੀਂ ਕੀ ਕਰ ਸਕਦੇ ਹਾਂ ਆਪਾਂ ਡਿਟਰਮਿਨ ਕਰ ਸਕਦੇ ਹਾਂ ਫਾਈਂਡ ਆਊਟ ਕਰ ਸਕਦੇ ਹਾਂ ਜਦੋਂ ਕੰਡਕਟਰ ਸੀ ਕਿਸੇ ਸੋਲੂਸ਼ਨ ਪਾਰਟਿਕੂਲਰ ਸੋਲੂਸ਼ਨ ਦੀ ਫਾਈਂਡ ਆਊਟ ਕਰ ਲਈ ਤਾਂ ਅਸੀਂ ਕੀ ਡਿਟਰਮਿਨ ਕਰ ਸਕਦੇ ਬੇਟੇ ਆਇਨੇਸ਼ਨ ਕਾਂਸਟੈਂਟ ਔਰ डिसोसिएशन कांस्टेंट ऑफ एन इलेक्ट्रोलाइट अंडर कंसिडरेशन ठीक है जी बोलो क्लियर है बेटे यस मैम ਹੁਣ बेटे आ जाओ कंडक्टोमैटिक टाइट्रेशन पे की है कंडक्टोमैटिक टाइट्रेशन वन ऑफ द मोस्ट इंपॉर्टेंट एप्लीकेशन ऑफ द मेजरमेंट ऑफ द कंडक्टेंस ਇਹਦੇ ਵਿੱਚ ਬੇਟੇ ਮੈਂ ਇੱਕ ਐਗਜ਼ਾਮਪਲ ਲੈ ਲੱਗੀ ਆਪਾਂ ਕੰਡਕਟੋਮੈਟਿਕ ਟਾਈਟਰੇਸ਼ਨ ਕਿਹੜੀਆਂ ਕਰਨੀਆਂ ਸਟਰੋਂਗ ਐਸਿਡ ਦੀ ਸਟਰੋਂਗ ਬੇਸ ਨਾਲ ਕੰਡਕਟੋਮੈਟਿਕ ਟਾਈਟਰੇਸ਼ਨ ਆਪਾਂ ਕਰਨੀ ਹੈ ਸਟਰੋਂਗ ਐਸਿਡ ਦੀ ਵਿਦ ਵੀਕ ਬੇਸ ਕੰਡਕਟੋਮੈਟਿਕ ਟਾਈਟਰੇਸ਼ਨ ਆਪਾਂ ਕਰਨੀ ਹੈ ਵੀਕ टाइट्रेशन की ਆਪਾਂ ਗੱਲ ਕਰਨੀ ਹੈ ਕਿ ਇਟ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਐਪਲੀਕੇਸ਼ਨ ਆਫ ਦਾ ਮੇਜਰਮੈਂਟ ਆਫ ਦਾ ਕੰਡਕਟੈਂਸ ਉਹਦੇ ਵਿੱਚ ਕੰਡਕਟੋਮੈਟਿਕ ਟਾਈਟਰੇਸ਼ਨ ਚਾਰ ਤਰ੍ਹਾਂ ਦੀਆਂ ਹੋਣਗੀਆਂ ਕੰਡਕਟੋਮੈਟਿਕ ਟਾਈਟਰੇਸ਼ਨ ਆਫ ਸਟਰੋਂਗ ਐਸਿਡ ਵਿਦ ਸਟਰੋਂਗ ਬੇਸ ਕੰਡਕਟੋਮੈਟਿਕ ਟਾਈਟਰੇਸ਼ਨ ਆਫ ਸਟਰੋਂਗ ਐਸਿਡ ਵਿਦ ਵੀਕ ਬੇਸ ਕੰਡਕਟੋਮੈਟਿਕ ਟਾਈਟਰੇਸ਼ਨ ਆਫ ਵੀਕ ਐਸਿਡ ਵਿਦ ਸਟਰੋਂਗ ਬੇਸ ਕੰਡਕਟੋਮੈਟਿਕ ਟਾਈਟਰੇਸ਼ਨ ਆਫ ਵੀਕ ਐਸਿਡ ਵਿਦ ਵੀਕ ਬੇਸ ਤਾਂ ਬੇਟੇ ਉਹਦੇ ਵਿੱਚ ਇੱਕ ਮੈਂ ਐਗਜ਼ਾਮਪਲ ਹਜੇ ਲੈਣ ਲੱਗੀ ਹਾਂ ਕਿ ਕਿੱਦਾਂ ਆਪਾਂ ਮੇਜਰ ਕਰਦੇ ਹਾਂ ਕਿ ਜਦੋਂ ਆਪਾਂ HCl ਮੰਨ ਲਓ 100 ml ਲੈ ਲਿਆ ਸਟਰੋਂਗ ਐਸਿਡ ਆ ਬੇਟੇ HCl ਹੈ ਨਾ HCl ਕੀ ਆ ਬੇਟੇ ਸਟਰੋਂਗ ਐਸਿਡ ਤਾਂ HCl ਸਟਰੋਂਗ ਐਸਿਡ ਆ ਬੇਟੇ ਸੋਡੀਅਮ ਹਾਈਡਰੋਕਸਾਈਡ ਕੀ ਹੈ ਜੀ ਸਟਰੋਂਗ ਬੇਸ ਆ ਐਸਿਡ ਬੇਸ ਮਿਲ ਕੇ ਬੇਟੇ ਕੀ ਬਣਾਉਂਦਾ ਸਾਲਟ NaCl प्लस वाटर इन्ना तो क्लीयर है बेटे हाँ जी यस मैम और बेटे एक चीज़ जी मैं थानू दसनी है अगे चलना सोल्यूशन ले लो HCl 100 ml मेजर कर लेंगे HCl स्ट्रॉन्ग एसिड ब्यूरेट के विच असीं पावांगे ठीक है NaOH क्लियर बेटे चेंज करना ਅਸੀਂ ਹੁਣ ਇਹਦੇ ਵਿੱਚ ਆਪਾਂ ਪਾਣਾ ਪਹਿਲਾਂ ਹਜੇ ਸਿੰਪਲ HCl ਹੈ ਨਾ ਵਾਲ ਜਿਹੜਾ ਆਪਾਂ ਗ੍ਰਾਫ ਪਲਾਟ ਕਰਨਾ ਪਹਿਲਾਂ ਗ੍ਰਾਫ ਦਾ ਸਾਨੂੰ ਪਤਾ ਹੋਣਾ ਚਾਹੀਦਾ ਗ੍ਰਾਫ ਪਲਾਟ ਕਰਨਾ ਹੈ between conductance and volume of NaOH conductance and volume of NaOH solution
एंड बेटे जो SCl स्ट्रॉन्ग एसिड आ अल्फा और 1 ਦੇ बराबर आ कंप्लीटली डिसोसीएट आ H पॉइंट पॉजिटिव आयन बहुत हैगी है तो ਉਹਦੀ कंडक्टेंस मैक्सिमम होनी है बेटे ठीक है। मैं हम एक ml पहला 1 ml पाया उससे कंडक्टेंस आप कंडक्टोमेट्रिक सिस्टम का देख ली कंडक्टिविटी सैल डिप करके इतने कंडक्टिविटी सैल भी डिप होना ना ठीक है जी। दिस इज कंडक्टिविटी सैल ठीक है। 1 ml पाया मैं कंडक्टेंस वाली मेजर कर ली डिजिटली ठीक है। फिर उस तो बाद मैं फिर एक ml पाया NaOH उन्हें थोड़ा हिला दिया फिर देखिया कंडक्टेंस चेंज हो गई मिल गई मैंने ठीक है। हूँ वो कंडक्टेंस क्योंकि जोड़ा NaOH पा रही हाँ वो भी स्ट्रॉन्ग बेस आ वो OH आयन जोड़ा वह कितना कंबाइन करेगा बेटे H पॉजिटिव वाटर चेंज करी जाएगा वाटर चेंज करेगा तो H की कॉन्सनट्रेशन घटनी शुरू हो जानी है थोड़ा पॉइंट फिनिशिंग हो जाएगी इतने तुम पाई जाओगे तो घटती जाएगी कंडक्टेंस NaOH पाना फिर उस तो बाद बेटे अब्रप्टली बढ़नी शुरू हो जाएगी क्यों आ इक्वलेंस पॉइंट होना दिस इज द इक्वलेंस पॉइंट इतने की होएगा बेटे इक्वलेंस पॉइंट पे जिन्ना H पॉजिटिव सी एसिड का और कंप्लीटली की हो गया न्यूट्रलाइज कंप्लीटली न्यूट्रलाइज बाय OH नेगेटिव ऑफ द बेस स्ट्रॉन्ग बेस और वाटर बना रही हूँ होर मैं इस तो बाद जो OH पाऊँगी NaOH पाऊँगी तो वो की हाइड्रोक्सिल आयन ही रहने सारे हाइड्रोक्सिल आयन भी की है उन्होंने कॉन्सनट्रेशन बढ़ेगी आयन्स उन्होंने मूवमेंट होगी तो फिर कंडक्टेंस की होनी शुरू हो जाएगी बढ़ सो V शेप मिलेगी इतने बेटे जो तुम बुक के देखोगे बहुत इन्हें चारों टाइटेशन जो ये तो ठीक है ਇਹਦਾ ग्राफ कर्व बट V शेप आ बट बाकियों के कुछ जो देखोगे तुम गलतियाँ आ ग्राफ दियाँ वो जो तुम परफॉर्म करोगे एक्सपेरीमेंट तो थानू क्लीयर हो जाना कि कितने गलती है। थैंक यू सो मच।